ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਕਨਸੈਪਟ, ਅੱਜ ਦਾ ਜਿਹੜਾ ਟੌਪਿਕ ਆ ਉਹ ਹੈ ਇੱਕ ਨਾ ਧਾਰਮਿਕ ਜੈਲਸੀ ਵੀ ਹੁੰਦੀ ਆ। ਜਦੋਂ ਗੁਰਸਿੱਖ ਜਪਦਾ ਆ, ਬੜੀਆਂ ਹੀ ਅਣਗਿਣਤ ਅਵਸਥਾਵਾਂ ਦੇ ਵਿੱਚੋਂ ਨਿਕਲਦਾ ਅਤੇ ਸਿੱਖਦਾ ਜਾਂਦਾ। ਜਿਵੇਂ ਸਪੋਜ਼ ਕੋਈ ਬੱਚਾ ਆ, ਉਹ 10 ਸਾਲ ਸਿਰਫ ਇੱਕ ਕਮਰੇ 'ਚ ਹੀ ਰਿਹਾ, ਕਦੇ ਨਹੀਂ ਬਾਹਰ ਗਿਆ। ਅਤੇ ਜੇ ਉਹਦਾ ਪਿਤਾ ਖੁਸ਼ ਹੋ ਕੇ ਉਹਨੂੰ ਉਸ ਕਮਰੇ 'ਚੋਂ ਬਾਹਰ ਕੱਢ ਕੇ ਦੁਨੀਆ ਦਿਖਾਉਣ ਲਈ ਲੈ ਜਾਵੇ, ਹੈ ਨਾ, ਅਤੇ ਉਹ ਫਿਰ ਦੇਖਦਾ ਅਤੇ ਪੁੱਛਦਾ ਰਹਿੰਦਾ ਕਿ ਪਿਤਾ ਜੀ ਉਹ ਕੀ ਆ, ਪਿਤਾ ਜੀ ਆਹ ਕੀ ਆ, ਅੱਛਾ ਇੱਥੇ ਇੱਦਾਂ ਹੁੰਦਾ ਆ, ਉਹ ਦੇਖੋ ਕੀ ਚੱਲ ਰਿਹਾ, ਕੀ ਹੋ ਰਿਹਾ। ਇੱਦਾਂ ਹੀ ਜਦੋਂ ਉਹ ਵਾਹਿਗੁਰੂ ਆਪਣੇ ਗੁਰਸਿੱਖ 'ਤੇ ਮਿਹਰ ਭਰਿਆ ਹੱਥ ਰੱਖਦਾ ਅਤੇ ਫਿਰ ਨਾ ਬੜੀਆਂ ਹੀ ਅਚਰਜ ਚੀਜ਼ਾਂ, ਨਵੇਂ ਤੋਂ ਨਵੀਆਂ ਅਵਸਥਾਵਾਂ, ਬੜੇ ਹੀ ਅਚਰਜ ਰੰਗਾਂ 'ਚੋਂ ਗੁਜ਼ਰਦਾ ਉਹ। ਅਤੇ ਇੱਥੇ ਕਈ ਵਾਰੀ ਭਟਕ ਵੀ ਜਾਂਦਾ ਚੀਜ਼ਾਂ ਦੇਖ ਕੇ, ਅਤੇ ਪਰ ਗੁਰੂ ਸਾਹਿਬ ਉਹਨੂੰ ਬਾਹਰ ਲੈ ਕੇ ਤਾਂ ਆਏ ਹੁੰਦੇ ਆ ਵੀ ਇਹਦੇ ਅੰਦਰੋਂ ਕੱਢਣਾ ਆ ਜੋ ਵੀ ਬੁਰਾ ਆ, ਬੁਰਾਈ ਨੂੰ ਕੱਢਣਾ ਆ ਇਹਦੇ ਬਾਹਰ, ਇਹਦੇ ਤੋਂ ਬਾਹਰ ਕੱਢਣਾ। ਅਤੇ ਇਹ ਹਮੇਸ਼ਾ ਬੁਰਾਈ ਜਿਹੜੀ ਹੈ ਨਾ, ਉਹ ਸਿੱਧੀ ਨਹੀਂ ਨਿਕਲਦੀ ਹੁੰਦੀ, ਇਹ ਉਸ ਕਰਤੇ ਦਾ ਨਿਯਮ ਆ। ਜੇ ਉਹਨੇ ਕਿਸੇ ਨੂੰ ਸੋਹਣਾ ਬਣਾਉਣਾ ਹੈ ਨਾ, ਅਤੇ ਇਹ ਗੱਲ ਸੱਚੀ ਆ, ਉਹਨੂੰ ਰਗੜਦਾ ਵੀ ਬਹੁਤ ਆ, ਬਹੁਤ ਰਗੜਦਾ, ਘੜੀਸ ਕੇ ਰਗੜਦਾ। ਅਤੇ ਜਿਵੇਂ ਲੋਹੇ ਨੂੰ ਚੇਂਜ ਕਰਨਾ ਹੋਵੇ, ਉਹਦਾ ਆਕਾਰ ਚੇਂਜ ਕਰਨਾ ਹੋਵੇ, ਅਤੇ ਕਿੱਦਾਂ ਉਹਨੂੰ ਭੱਠੀ 'ਚ ਗਰਮ ਕਰਦੇ ਆ, ਫਿਰ ਸੱਟਾਂ ਮਾਰਦੇ ਆ, ਕਈ ਕੁਛ ਕਰਦੇ ਆ। ਇੱਦਾਂ ਹੀ ਗੁਰਸਿੱਖ ਜਿਹੜਾ ਹੈ ਨਾ, ਉਹ ਬੜੀਆਂ ਹੀ ਅਵਸਥਾਵਾਂ 'ਚੋਂ ਨਿਕਲਦਾ ਹੋਇਆ, ਠੋਕਰਾਂ ਸਹਾਰਦਾ ਹੋਇਆ, ਹੱਸਦਾ ਰੋਂਦਾ, ਸੱਟਾਂ ਖਾਂਦਾ, ਦਰ 'ਤੇ ਬੈਠਾ ਹੀ ਰਹਿੰਦਾ, ਅਤੇ ਗੁਰੂ ਉਹਨੂੰ ਤਰਾਸ਼ ਕੇ ਸੋਹਣਾ ਬਣਾਉਂਦਾ ਜਾਂਦਾ। ਅਤੇ ਉਹ ਫਿਰ ਐਸਾ ਸੋਹਣਾ ਬਣ ਜਾਂਦਾ ਕਿ ਸਾਰੇ ਉਹਨੂੰ ਦੇਖ ਕੇ ਕਹਿੰਦੇ ਕਿ ਹਾਂ ਮੈਂ ਇਹਦੇ ਵਰਗਾ ਹੋਣਾ। ਪਿਆਰਿਓ, ਇਸ ਸਭ ਦੇ ਵਿੱਚ ਇਹ ਜਿਹੜੀਆਂ ਉਹਨੂੰ ਤਰਾਸ਼ਣਾ ਅਤੇ ਠੋਕਰਾਂ ਸੱਟਾਂ ਮਾਰਨੀਆਂ, ਇਸ ਸਭ ਦੇ ਵਿੱਚੋਂ ਇੱਕ ਸੱਟ ਆ ਧਾਰਮਿਕ ਜੈਲਸੀ, ਜਿਹੜੀ ਅਕਸਰ ਹੀ ਇੱਕ ਦੂਸਰੇ ਤੋਂ ਹੋ ਜਾਂਦੀ। ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀ ਹੋ ਰਹੀ ਵਡਿਆਈ ਦੇਖ ਕੇ, ਬੜੀਆਂ ਚੀਜ਼ਾਂ ਨੇ, ਛੋਟੀਆਂ ਬਹੁਤ ਅਣਗਿਣਤ ਚੀਜ਼ਾਂ ਨੇ ਜਿਹੜੀਆਂ ਅਕਸਰ ਉਹਨੂੰ ਦੁਖੀ ਕਰ ਦਿੰਦੀਆਂ। ਡਿਪੈਂਡ ਕਰਦਾ ਨੇਚਰ ਟੂ ਨੇਚਰ, ਕਿ ਕਈਆਂ 'ਤੇ ਸ਼ੁਰੂ ਤੋਂ ਹੀ ਅਤਿਅੰਤ ਕਿਰਪਾ ਹੁੰਦੀ ਆ, ਉਹ ਇਸ ਸਭ 'ਚ ਨਹੀਂ ਪੈਂਦੇ, ਪਰ ਕਈਆਂ 'ਤੇ ਨਹੀਂ ਵੀ ਹੁੰਦੀ, ਅਤੇ ਉਹ ਫਿਰ ਦੇਖੋ ਹੁਣ ਜਿਹਦੇ 'ਤੇ ਕਿਰਪਾ ਆ, ਉਹ
ਉਹ ਕਿੱਦਾਂ ਹੋਈ, ਉਹ ਵੀ ਕਦੇ ਨਾ ਕਦੇ, ਕਿਤੇ ਨਾ ਕਿਤੇ ਪਹਿਲਾਂ, ਕਿਤੇ ਨਾ ਕਿਤੇ ਉਹ ਜ਼ਰੂਰ, ਉਹ ਵੀ ਇਹੋ ਜਿਹਾ ਹੀ ਹੋਵੇਗਾ। ਪਰ ਗੁਰੂ ਨੇ ਉਹਨੂੰ ਘੜ ਘੜ ਕੇ, ਤਰਾਸ਼ ਤਰਾਸ਼ ਕੇ ਸੋਹਣਾ ਬਣਾਇਆ। ਉੱਦਾਂ ਹੀ ਜਿਹਦੇ 'ਚ ਕੋਈ ਘਾਟ ਆ, ਪਿਆਰੇ, ਉਹਦੇ ਨਾਲ ਕਦੀ ਨਫ਼ਰਤ ਨਹੀਂ ਕਰਨੀ। ਤੁਸੀਂ ਵੀ ਇੱਦਾਂ ਦੇ ਹੀ ਸੀਗੇ, ਹੁਣ ਨਹੀਂ ਤਾਂ ਪਿੱਛੇ ਪਤਾ ਨਹੀਂ ਕਦੋਂ ਦੀ ਯਾਤਰਾ ਹੈ ਆਪਣੀ, ਕੀ ਸਾਡੇ ਨਾਲ ਵਰਤਿਆ ਹੋਏਗਾ, ਕੋਈ ਪਤਾ ਨਹੀਂ। ਆਪਾਂ ਵੀ ਕਦੀ ਇੱਦਾਂ ਹੀ ਰਹੇ ਹੋਵਾਂਗੇ, ਹੈ ਨਾ। ਅਤੇ ਹੁਣ ਗੁਰੂ ਨੇ ਸੋਹਣਾ ਬਣਾਇਆ, ਉਸ ਲਈ ਧੰਨਵਾਦ। ਅਤੇ ਇਹ ਅਕਸਰ ਧਾਰਮਿਕ ਜੈਲਸੀ ਜਿਹੜੀ ਹੈ ਨਾ, ਇਹ ਆਮ ਹੀ ਦੇਖਣ ਨੂੰ ਮਿਲਦੀ ਆ। ਅਤੇ ਹੁਣ ਸਮਝਣਾ ਆ ਆਪਾਂ ਇਹਦੀਆਂ ਨਿਸ਼ਾਨੀਆਂ ਕਿਹੜੀਆਂ ਨੇ। ਨਿਸ਼ਾਨੀਆਂ ਇੱਦਾਂ ਨੇ ਕਿ ਜਿਵੇਂ ਕੋਈ ਸੋਹਣਾ ਕੀਰਤਨ ਕਰਦਾ ਹੈ, ਅਸੀਂ ਵੀ ਕੀਰਤਨ ਕਰਦੇ ਹਾਂ ਅਤੇ ਅਗਲਾ ਵੀ ਕੀਰਤਨ ਕਰਦਾ ਹੈ, ਉਹਦੇ ਨਾਲ ਜੈਲਸੀ ਆ। ਮੇਰੀ ਵਾਰੀ ਕਿਉਂ ਨਹੀਂ ਆਈ, ਜੈਲਸੀ ਆ। ਉਹਨੇ ਸੋਹਣਾ ਸ਼ਬਦ ਪੜ੍ਹ ਦਿੱਤਾ, ਸਾਰੀ ਸੰਗਤ ਖੁਸ਼ ਹੋ ਗਈ, ਤੁਹਾਨੂੰ ਜੈਲਸੀ ਆ। ਅਰਦਾਸ ਤੇ ਮੈਂ ਕਰਨੀ ਸੀ, ਉਹਨੂੰ ਕਿਉਂ ਕਹਿ ਦਿੱਤਾ ਕਿ ਕਰ, ਅੱਜ ਤਾਂ ਮੇਰੀ ਵਾਰੀ ਨਹੀਂ ਆਈ, ਜੈਲਸੀ ਆ। ਮੈਂ ਸਭ ਨੂੰ ਫੋਨ ਕਰਕੇ ਸੱਦਾਂ ਕਿ ਫਲਾਣੀ ਜਗ੍ਹਾ 'ਤੇ ਆਓ, ਕੀਰਤਨ ਆ, ਸੰਗਤ ਕਰਨੀ ਆ, ਮੈਂ ਕਰਾਂ, ਮੈਂ ਅੱਗੇ ਹੋ ਕੇ ਲੀਡਰ ਬਣਾ ਸੰਗਤੀ ਰੂਪ ਦਾ, ਜੈਲਸੀ ਆ। ਫਿਰ ਇਹ ਜੈਲਸੀ ਸੋਸ਼ਲ ਸਾਈਟਸ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ। ਤੁਸੀਂ ਕਿਸੇ ਦੀ ਪੋਸਟ ਲਾਈਕ ਨਾ ਕਰੋ, ਉਹਨੇ ਵੀ ਨਹੀਂ ਕਰਨੀ, ਜੈਲਸੀ ਆ। ਬੜੀਆਂ ਚੀਜ਼ਾਂ ਨੇ, ਪਰ ਭਗਤ ਜਿਹੜਾ ਹੈ ਨਾ, ਉਹਦੀ ਦੁਨੀਆ ਹੀ ਹੋਰ ਹੁੰਦੀ ਆ। ਜੇ ਉਹ ਨਾ ਸੋਸ਼ਲ ਸਾਈਟਸ 'ਤੇ ਇਸ ਲਈ ਨਹੀਂ ਬੈਠਾ ਹੁੰਦਾ ਕਿ ਕੋਈ ਮੈਨੂੰ ਪਸੰਦ ਕਰੇ, ਕੋਈ ਮੇਰੀ ਲਾਈਕ ਕਰੇ, ਕੋਈ ਕਮੈਂਟ ਕਰੇ। ਬੜੀਆਂ ਹੀ ਚੀਜ਼ਾਂ ਉਹਦੇ ਸਾਹਮਣੇ ਬਲਰ ਹੁੰਦੀਆਂ, ਉਹਨੂੰ ਉਹਦੇ ਤੱਕ ਪਹੁੰਚਦੀਆਂ ਹੀ ਨਹੀਂ। ਬੜੀਆਂ ਛੋਟੀਆਂ ਚੀਜ਼ਾਂ ਨੇ। ਜੇ ਉਹ ਕਿਸੇ ਦਾ ਜੇ ਉਹ ਕਿਸੇ 'ਤੇ ਕਮੈਂਟ ਨਹੀਂ ਕਰ ਰਿਹਾ, ਜੇ ਉਹ ਕਿਸੇ ਦੀ ਪੋਸਟ ਨੂੰ ਲਾਈਕ ਨਹੀਂ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਾਣ ਕੇ ਨਹੀਂ ਕਰ ਰਿਹਾ ਜਾਂ ਜਾਣ ਕੇ ਕਰ ਰਿਹਾ, ਜਾਂ ਫਿਰ ਕੁਛ ਵੀ ਲਾ ਲਓ। ਇਹ ਗੁਰੂ ਸਾਹਿਬ ਜਾਣਦੇ ਅਤੇ ਉਹ ਭਗਤ ਜਾਣਦਾ ਕਿ ਉਹ ਕਿਉਂ ਲਾਈਕ ਕਰਦਾ ਹੈ ਅਤੇ ਕਿਉਂ ਨਹੀਂ ਕਰਦਾ, ਉਹਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਈ ਵਾਰੀ। ਸੋ ਚਲੋ ਜ਼ਿਆਦਾ ਇਸ 'ਚ ਨਹੀਂ ਪਾਵਾਂਗੇ, ਇਹ ਕਰਤੇ ਦੀ ਮੌਜ ਦੀ ਖੇਡ ਆ। ਜਦੋਂ ਉਹਦੀ ਮੌਜ ਹੈ ਨਾ, ਉਦੋਂ ਉਹਦੇ ਨਜ਼ਰੀਏ ਦੇ ਵਿੱਚ ਕਿਸੇ ਭੈੜੇ ਤੋਂ ਭੈੜੇ ਨੂੰ ਦੇਖ ਕੇ ਵੀ ਉਹਦੇ 'ਤੇ ਪਿਆਰ ਆ ਜਾਂਦਾ। ਅਤੇ ਉਹਦੇ ਨਜ਼ਰੀਏ ਦੀ ਖੇਡ ਆ ਕਿ ਭਗਤ ਅੰਦਰ ਕਿਸੇ ਸੋਹਣੀ ਤੋਂ ਸੋਹਣੀ ਗੱਲ ਨੂੰ ਦੇਖ ਕੇ ਵੀ ਉਹਦੇ ਤੋਂ ਉਹਦੀਆਂ ਅੱਖਾਂ ਪੜ੍ਹ ਹੀ ਨਹੀਂ ਪਾਉਂਦੀਆਂ। ਖੈਰ, ਇਹ ਚੀਜ਼ ਹੋ ਰਿਹਾ ਕਿ ਉਹ ਇਸ ਸਭ ਤੋਂ ਕਿਉਂ ਪਾਸੇ ਆ। ਪਰ ਹੁਣ ਜੈਲਸੀ ਤਾਂ ਕਿਸੇ ਨੂੰ ਹੋ ਰਹੀ ਹੈ, ਹੈ ਨਾ। ਦੇਖੋ,
ਆਪਣੇ ਅੰਦਰ ਤੋਂ ਇੱਕ ਸਵਾਲ ਕਰਨਾ ਖੁਦ ਨੂੰ ਕਿ ਅਸੀਂ ਇੱਕ ਦੂਸਰੇ ਦੇ ਨਾਲ ਕਿਉਂ ਜੁੜੇ ਹਾਂ, ਮਕਸਦ ਕੀ ਆ। ਪਿਆਰਿਓ, ਗੁਰਸਿੱਖ ਜਿਹੜੇ ਧੁਰੋਂ ਮਿਲੇ ਹੁੰਦੇ ਆ ਨਾ ਗੁਰਸਿੱਖ, ਉਹਨਾਂ ਦੇ ਆਪਸ 'ਚ ਰਹਿਣ ਦਾ ਢੰਗ ਦੱਸਦੇ ਆ ਤੁਹਾਨੂੰ, ਉਹ ਕਿੱਦਾਂ ਆਪਸ 'ਚ ਰਹਿੰਦੇ ਆ। ਪਿਆਰਿਓ, ਉਹ ਆਪਣੇ ਆਪ ਲਈ ਜੀ ਨਹੀਂ ਰਹੇ ਹੁੰਦੇ। ਪਤਾ ਕਿਉਂ? ਹਾਲਾਂਕਿ ਇਹ ਜ਼ਿੰਦਗੀ ਤਾਂ ਨਿੱਜੀ ਆ, ਇਹ ਜੀਵਨ ਤਾਂ ਨਿੱਜੀ ਆ, ਕੋਈ ਕਿਸੇ ਲਈ ਕੁਛ ਨਹੀਂ ਕਰ ਸਕਦਾ। ਪਰ ਪਿਆਰਿਓ, ਗੁਰਸਿੱਖ ਹਮੇਸ਼ਾ ਹੀ ਆਪਣਾ ਆਪ ਵਾਰਦੇ ਆ, ਹਮੇਸ਼ਾ ਹੀ। ਗੁਰਸਿੱਖ ਇੱਕ ਦੂਜੇ ਲਈ ਇੱਦਾਂ ਵੀ ਕਹਿ ਦਿੰਦੇ ਆ ਗੁਰੂ ਨੂੰ ਕਿ ਗੁਰੂ ਸਾਹਿਬ, ਤੁਸੀਂ ਮੈਨੂੰ ਸਿੱਧਾ ਨਾ ਦਿਓ ਕੁਛ ਵੀ, ਇਹਦੇ ਰਾਹੀਂ ਦੇ ਦਿਓ, ਤੁਸੀਂ ਇਹਨੂੰ ਦੇ ਦਿਓ, ਮੈਨੂੰ ਨਾ ਇਹਦੇ ਤੋਂ ਆਪੇ ਹੀ ਮਿਲ ਜਾਣਾ। ਵਾਹਿਗੁਰੂ ਉਹ ਡਾਇਰੈਕਟ ਹੀ ਨਹੀਂ ਮੰਗ ਰਿਹਾ, ਉਹ ਕਹਿ ਰਿਹਾ ਗੁਰੂ ਸਾਹਿਬ ਤੁਸੀਂ ਇਹਨੂੰ ਦੇ ਦਿਓ, ਮੈਨੂੰ ਇਹਦੇ ਤੋਂ ਆਪੇ ਹੀ ਮਿਲ ਜਾਣਾ, ਕਿਉਂਕਿ ਮੈਂ ਇਹਦੀ ਸੰਗਤ 'ਚ ਹਾਂ। ਹੁਣ ਦੇਖੋ, ਉਹ ਇੱਦਾਂ ਕਿਉਂ ਕਹਿੰਦਾ ਆ ਕਿ ਤੁਸੀਂ ਮੇਰੇ ਗੁਰੂ ਸਿੱਖਾਂ ਨੂੰ ਦੇ ਦਿਓ ਸਾਰਾ ਕੁਛ, ਕਿਉਂ ਕਹਿੰਦਾ? ਪਿਆਰਿਓ, ਇਹ ਅੰਦਰੋਂ ਨਿਕਲਣੀ, ਇਹ ਚੀਜ਼ ਅੰਦਰੋਂ ਹਿਰਦੇ ਤੋਂ ਕਹਿ ਪਾਉਣੀ, ਇਹ ਵੱਸ ਦੀ ਗੱਲ ਨਹੀਂ ਆ। ਇਹ ਉਹੀ ਕਢਾਉਂਦਾ। ਕੌਣ ਕਹਿ ਸਕਦਾ ਭਲਾ ਕਿ ਗੁਰੂ ਸਾਹਿਬ ਤੁਸੀਂ ਇਹਦੇ 'ਤੇ ਕਿਰਪਾ ਕਰ ਦਿਓ, ਮੇਰੀ ਕੋਈ ਗੱਲ ਨਹੀਂ। ਜਿਹਨੇ ਆਪਣਾ ਸਾਰਾ ਜੀਵਨ ਇਸੇ ਹੀ ਰਾਹ 'ਤੇ ਲਾਇਆ ਹੋਇਆ, ਜਿਹਦੇ ਕੋਲ ਕੋਈ ਚਾਰਾ ਹੀ ਨਹੀਂ ਹੈ ਹੋਰ, ਸਾਰੀ ਜ਼ਿੰਦਗੀ, ਸਾਰੀਆਂ ਚੀਜ਼ਾਂ ਉਸ ਵਾਹਿਗੁਰੂ ਦੇ ਚਰਨਾਂ 'ਚ ਰਹਿਣ ਲਈ ਲਗਾਈ ਹੋਈ ਹੈ। ਚੀਜ਼ਾਂ, ਸਾਰੀਆਂ ਚੀਜ਼ਾਂ, ਸਾਰਾ ਕੁਛ ਵਾਰਿਆ ਹੋਇਆ ਗੁਰੂ ਤੋਂ, ਤੇ ਬਦਲੇ 'ਚ ਉਹਦੀ ਕਿਰਪਾ ਮੰਗ ਰਿਹਾ ਆ। ਤੇ ਜਦੋਂ ਮੰਗਣ ਦਾ ਵੇਲਾ ਉਦੋਂ ਕਹਿ ਦਿੰਦਾ ਇਹਨਾਂ ਨੂੰ ਦੇ ਦੇ, ਮੈਨੂੰ ਇੱਥੋਂ ਆਪੇ ਮਿਲ ਜਾਣਾ, ਮੇਰੀ ਕੋਈ ਗੱਲ ਨਹੀਂ, ਤੂੰ ਇਹਨਾਂ ਨੂੰ ਦੇ ਦੇ, ਮੈਂ ਇਹਨਾਂ ਦੀ ਸੰਗਤ 'ਚ ਬੈਠਾ, ਮੈਨੂੰ ਆਪੇ ਮਿਲ ਜਾਣਾ। ਇਹ ਕਹਿ ਨਹੀਂ ਸਕਦੀ ਉਹ ਰੂਹ ਜਿਹੜੀ ਸਾਰਾ ਕੁਛ ਵਾਰ ਕੇ ਮੰਗਣ ਬੈਠੀ ਹੋਵੇ ਤੇ ਮੰਗਣ ਲੱਗਿਆ ਇਹ ਕਹਿ ਦੇਵੇ ਕਿ ਮੈਨੂੰ ਛੱਡ ਦੇ, ਕੋਈ ਗੱਲ ਨਹੀਂ, ਤੂੰ ਇਹਨਾਂ ਨੂੰ ਦੇ ਦੇ। ਇਹ ਮੰਨਣ 'ਚ ਨਹੀਂ ਆਉਂਦੀ ਗੱਲ ਭਗਤ ਲਈ। ਇਹ ਇੱਦਾਂ ਜਿਵੇਂ ਕੋਈ 6-7 ਸਾਲ ਲਾ ਕੇ ਕੋਈ ਡਿਗਰੀ ਹਾਸਿਲ ਕਰੇ, ਕੋਈ PhD ਹਾਸਿਲ ਕਰੇ, ਅਤੇ ਜਦੋਂ ਲੈਣ ਦਾ ਵੇਲਾ ਆਵੇ ਤੇ ਕਹਿ ਦੇਵੇ ਤੂੰ ਇਹਨੂੰ ਦੇ ਦੇ, ਫਲਾਣੇ ਗੁਰਸਿੱਖ ਨੂੰ ਦੇ ਦੇ, ਮੇਰੀ ਕੋਈ ਗੱਲ ਨਹੀਂ। ਕਿੱਦਾਂ ਕਹਿ ਸਕਦਾ? ਉਹ ਤਾਂ ਕਹਿ ਸਕਦਾ ਕਿਉਂਕਿ ਪਿਆਰਿਓ, ਗੁਰਸਿੱਖ ਦੇ ਅੰਦਰ ਦੀ ਭਗਤੀ, ਗੁਰਸਿੱਖ ਦੇ ਅੰਦਰ ਦਾ ਨਜ਼ਰੀਆ, ਗੁਰਸਿੱਖ ਦੇ ਅੰਦਰ ਦਾ ਪਿਆਰ, ਹਰ ਚੀਜ਼ ਸੰਗਤ ਤੋਂ ਮਿਲਿਆ ਹੁੰਦਾ। ਉਹ ਆਪ ਕੁਛ ਨਹੀਂ ਹੁੰਦਾ, ਉਹਨੂੰ ਸੰਗਤ ਨੇ ਸਿਰਜਿਆ ਹੁੰਦਾ। ਸੰਗਤ ਨੇ ਆਪਣੀਆਂ ਅੰਦਰਾਂ ਨੋਚ ਕੇ ਉਹਨੂੰ ਬਣਾਇਆ ਹੁੰਦਾ, ਪਲ ਪਲ ਸਮਝਾਇਆ ਹੁੰਦਾ, ਵੱਡਾ ਹੁੰਦਾ ਦੇਖਿਆ ਹੁੰਦਾ। ਜਿਵੇਂ ਇੱਕ ਬੱਚਾ ਹੋਵੇ ਛੋਟਾ ਜਿਹਾ, ਅਤੇ ਮਾਂ ਪਿਓ ਦੇ ਸਾਹਮਣੇ ਦਿਨ ਬ ਦਿਨ ਵੱਡਾ ਹੁੰਦਾ ਜਾਂਦਾ, ਅਤੇ ਮਾਂ ਪਿਓ ਉਹਨੂੰ ਦੇਖ ਦੇਖ ਕੇ ਵਿਕਸਦਾ ਆ, ਖੁਸ਼ ਹੁੰਦਾ ਆ। ਉੱਦਾਂ ਹੀ ਗੁਰਸਿੱਖ ਦੂਸਰੇ ਗੁਰਸਿੱਖ ਨੂੰ ਆਪਣੇ ਸਾਹਮਣੇ ਵੱਡਾ ਹੁੰਦਾ ਦੇਖਦਾ, ਉਹਦੇ ਅੰਦਰ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਵਿਕਸਦਾ ਆ, ਵਿਕਾਸ ਆਉਂਦਾ, ਉਹਨੂੰ ਖੇੜਾ ਹੁੰਦਾ, ਉਹ ਖੁਸ਼ ਹੁੰਦਾ ਹੈ।
ਤੇ ਜਿਹਨੇ ਸਾਰਾ ਕੁਛ ਹੀ ਸੰਗਤ ਤੋਂ ਲਿਆ ਹੋਵੇ, ਇਹਨਾਂ ਗੁਰਸਿੱਖਾਂ ਤੋਂ ਲਿਆ ਹੋਵੇ, ਤਾਂ ਫਿਰ ਉਹ ਕਿਉਂ ਨਹੀਂ ਕਹੂਗਾ ਕਿ ਗੁਰੂ ਸਾਹਿਬ ਇਹਨਾਂ ਨੂੰ ਦੇ ਦਿਓ, ਕੋਈ ਗੱਲ ਨਹੀਂ ਮੇਰੀ। ਇਹ ਗੁਰਸਿੱਖਾਂ ਦੇ ਆਪਸੀ ਸੰਗਤ 'ਚ ਰਹਿਣ ਦਾ ਢੰਗ ਆ, ਜਿੱਥੇ ਗੁਰਸਿੱਖ ਕੁਛ ਲੈਣ ਨਹੀਂ ਆਏ ਹੁੰਦੇ, ਕੁਛ ਹਾਸਲ ਨਹੀਂ ਕਰਨ ਆਏ ਹੁੰਦੇ, ਸਗੋਂ ਆਪਣਾ ਆਪ ਵਾਰਨ ਆਏ ਹੁੰਦੇ ਆ, ਆਪਣਾ ਆਪ ਪੇਂਟ ਕਰਨ ਆਏ ਹੁੰਦੇ ਆ, ਸਾਰਾ ਕੁਛ ਲਟਾਉਣ ਆਏ ਹੁੰਦੇ ਆ। ਇੰਨਾ ਵਿਸ਼ਾਲ ਹਿਰਦਾ, ਇੰਨਾ ਵਿਸ਼ਾਲ ਹਿਰਦਾ ਗੁਰਸਿੱਖ ਸਿਰਫ ਗੁਰਸਿੱਖ ਨਹੀਂ ਹੁੰਦਾ, ਗੁਰਸਿੱਖਾਂ ਚੋਂ ਹੀ ਗੁਰਸਿੱਖ ਨਿਕਲਦੇ ਆ। ਆਪਾਂ ਵਿਸਾਖੀ ਸੁਣੀ ਹੋਣੀ ਆ, ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਸੇ ਪਿੰਡ 'ਚ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਇੱਕ ਪਿੰਡ 'ਚ ਐਸੀ ਸੰਗਤ ਮਿਲਦੀ ਜਿਹੜੀ ਉਹਨਾਂ ਦਾ ਬਹੁਤ ਸਵਾਗਤ ਕਰਦੀ। ਉਹ ਜੋ ਵੀ ਬਾਣੀ ਗਾਉਂਦੇ ਬੜੇ ਹੀ ਧਿਆਨ ਨਾਲ ਸੁਣਦੀ। ਗੁਰੂ ਤੇ ਗੁਰੂ ਦੀ ਸੰਗਤ ਬਹੁਤ ਨਜ਼ਾਰੇ, ਅਤਿਅੰਤ ਰਮਜ਼ਾਂ ਖੇਡਾਂ ਉੱਥੇ ਵਾਪਰਦੀਆਂ। ਹਰ ਰੋਜ਼ ਆਸਾ ਦੀ ਵਾਰ, ਕੀਰਤਨ, ਆਨੰਦ ਬਣੇ ਪਏ, ਗੋਸ਼ਟੀ ਹੋ ਰਹੀ ਆ, ਸੰਗਤ ਹੋ ਰਹੀ ਆ ਗੁਰੂ ਦੀ, ਸਵਾਲ ਜਵਾਬ ਵੀ ਹੁੰਦੇ ਹੋਣਗੇ ਤੇ ਗੁਰੂ ਸਾਹਿਬ ਕਿਹੜੀਆਂ ਰੰਗਾਂ ਦੇ ਵਿੱਚ ਜਵਾਬ ਦਿੰਦੇ ਹੋਣਗੇ। ਉਹ ਧੁਰ ਕੀ ਬਾਣੀ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਉਹ ਗੁਰੂ ਆਪ ਮੂੰਹੋਂ ਬੋਲ ਕੇ ਕੀਰਤਨ ਕਰਦਾ ਹੋਊਗਾ ਤੇ ਸੰਗਤ ਨਿਹਾਲ ਹੁੰਦੀ ਹੋਊਗੀ। ਕਿੱਡੇ ਰੰਗ ਵੱਜੇ ਹੋਣਗੇ। ਤੇ ਸੇਮ ਦੂਸਰੇ ਪਾਸੇ ਜਦੋਂ ਕਿਸੇ ਦੂਸਰੇ ਪਿੰਡ 'ਚ ਜਾਂਦੇ ਆ, ਉੱਥੇ ਲੋਕ ਤਰਕਵਾਦੀ ਨੇ, ਉੱਥੇ ਬਾਣੀ ਦਾ ਰਸ ਨਹੀਂ ਕਿਸੇ ਨੂੰ ਆ ਰਿਹਾ, ਉੱਥੇ ਬਾਣੀ ਦੀ ਇੱਜ਼ਤ ਨਹੀਂ ਕੋਈ ਕਰ ਰਿਹਾ। ਉਹਨਾਂ ਦੀ ਸੋਚ, ਉਹਨਾਂ ਦੀ ਮੈਂਟੈਲਿਟੀ ਚੋਰ ਬਿਰਤੀ ਆ, ਜਿਹੜੀ ਕਿ ਐਸੀ ਬਿਰਤੀ ਹੈ ਕਿ ਉਹਨਾਂ ਦੇ ਉੱਪਰ ਇਹ ਤੁੱਕਾਂ ਲੱਗਦੀਆਂ ਨੇ ਕਿ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਤੇ ਗੁਰੂ ਸਾਹਿਬ ਉਹਨਾਂ ਨੂੰ ਕਹਿ ਰਿਹਾ ਵਸਦੇ ਰਹੋ। ਤੇ ਜਿਨ੍ਹਾਂ ਨੇ ਬਾਣੀ ਦਾ ਰੰਗ ਮਾਣਿਆ ਸੀ, ਜਿਹੜੇ ਪਿੰਡ ਵਾਲਿਆਂ ਨੇ, ਜਿਹੜੇ ਅੰਮ੍ਰਿਤ ਵੇਲਾ ਕਰ ਕਰਕੇ, ਹਰ ਵੇਲੇ ਜਪ ਕੇ, ਬਾਣੀ ਗਾ ਕੇ, ਜਿਹੜੇ ਸਾਧੂ ਉਤਰੇ, ਜਿਹੜੇ ਗੁਰੂ ਦੇ ਉਤਰੇ, ਉਹਨਾਂ ਨੂੰ ਕਹਿ ਦਿੱਤਾ ਉੱਜੜ ਜਾਓ। ਕਿਉਂ ਕਿਹਾ ਉੱਜੜ ਜਾਓ? ਉਹਨਾਂ ਨੂੰ ਕਿਉਂ ਕਿਹਾ ਵਸਦੇ ਰਹੋ? ਤਾਂ ਕਿ ਉਹ ਕਿਤੇ ਹੋਰ ਨਾ ਜਾ ਸਕਣ। ਜਿਨ੍ਹਾਂ ਨੂੰ ਵਸਦੇ ਰਹੋ ਕਿਹਾ, ਤਾਂ ਕਿ ਉਹਨਾਂ ਦੀ ਸੰਗਤ ਕਿਸੇ ਹੋਰ ਨੂੰ ਨਾ ਮਿਲ ਜਾਏ। ਤੇ ਜਿਨ੍ਹਾਂ ਨੂੰ ਕਿਹਾ ਉੱਜੜ ਜਾਓ, ਉਹਨਾਂ ਨੂੰ ਗੁਰੂ ਨੇ ਆਪਣੇ ਕੋਲ ਨਹੀਂ ਰੱਖਿਆ, ਵਾਰ ਦਿੱਤਾ। ਆਪਣਾ ਆਪ ਤਾਂ ਗੁਰਸਿੱਖ ਵਾਰਦਾ ਹੀ ਆ, ਉਹ ਆਪਣੇ ਹੀਰੇ ਵੀ ਵਾਰ ਦਿੰਦਾ ਜਿਹੜੇ ਉਹਦੇ ਤੋਂ ਬਣੇ ਹੁੰਦੇ। ਇਹ ਗੁਰੂ ਦਾ ਗੁਣ ਆ, ਇਹ ਅਕਾਲ ਪੁਰਖ ਦਾ ਗੁਣ ਆ ਜਿਹੜਾ ਗੁਰੂ 'ਚ ਆ। ਤੇ ਗੁਰੂ ਤੋਂ ਹੀ ਫਿਰ ਇਹ ਅੱਗੇ ਸੰਗਤ 'ਚ ਆ ਜਾਂਦਾ। ਜੇ ਕੋਈ ਦੁਨਿਆਵੀ ਗੁਰੂ ਹੁੰਦਾ, ਜਿਹਨੂੰ ਸ਼ਬਦ ਦੀ ਸਮਝ ਨਾ ਹੁੰਦੀ, ਜਿਹੜਾ ਝੂਠਾ ਗੁਰੂ ਹੁੰਦਾ, ਉਹ ਕੀ ਕਰਦਾ? ਉਹ ਦੇਖਦਾ ਇਹ ਤਾਂ ਮੇਰੀ ਬਹੁਤ ਸੇਵਾ ਕਰਨ ਵਾਲੇ ਨੇ, ਇਹ ਤਾਂ ਮੇਰੇ ਤੇ ਜਾਨ ਵੀ ਵਾਰ ਦਿੰਦੇ ਨੇ, ਇਹਨਾਂ ਨੂੰ ਆਪਣੇ ਕੋਲ ਰੱਖ ਲੈਂਦੇ ਆ, ਸਾਡੀ ਵਾਹ ਹੋਊਗੀ, ਹੈ ਨਾ।
4 ਲੋਕ ਹੋਰ ਇਕੱਠੇ ਹੋਣਗੇ ਇਹਨਾਂ ਦੀ ਸੰਗਤ 'ਚ ਆ ਕੇ ਕਿ ਹਾਂ ਇਹ ਗੁਰੂ ਨੂੰ ਗੁਰੂ ਜਾਣਦੇ ਆ, ਇਹ ਸੇਵਾ 'ਚ ਰਹਿੰਦੇ ਆ ਅਤੇ ਦੂਸਰੀ ਲੋਕਾਈ ਵੀ ਸਾਡੀ ਸੇਵਾ ਕਰੂਗੀ। ਪਰ ਨਹੀਂ, ਉਹ ਗੁਰੂ ਨੇ ਇਹ ਸਮਝਿਆ ਕਿ ਮੇਰੇ ਪੈਰਾਂ 'ਚ ਜੁੱਤੀ ਰਵੇ ਨਾ ਰਵੇ, ਪਰ ਇਹ ਹੀਰੇ ਉੱਜੜਨੇ ਚਾਹੀਦੇ ਆ ਇੱਥੋਂ। ਇਹ ਹੀਰੇ ਇੱਕ ਇੱਕ ਪਿੰਡ 'ਚ ਜਾਣੇ ਚਾਹੀਦੇ ਆ ਜਿੱਥੇ ਇਹਨਾਂ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਨਾਮ ਦੇ ਰੰਗ ਦੇ ਵਿੱਚ ਰੰਗੇ ਜਾਣ। ਉਹ ਗੁਰੂ ਨੇ ਉਹਨਾਂ ਨੂੰ ਆਪਣੇ ਕੋਲ ਨਹੀਂ ਰਹਿਣ ਦਿੱਤਾ, ਕਿਉਂਕਿ ਉਹਨਾਂ ਨੂੰ ਸਮਝਾ ਦਿੱਤਾ ਕਿ ਸ਼ਬਦ ਰੂਪ ਦੇ ਵਿੱਚ ਮੈਂ ਤੁਹਾਡੇ ਨਾਲ ਸਦਾ ਹੀ ਹਾਂ। ਹੁਣ ਕਰਮ ਰੂਪ ਦੇ ਵਿੱਚ ਵੀ ਵਾਹਿਗੁਰੂ ਨੂੰ ਮਾਣੋ, ਮੈਨੂੰ ਮਾਣੋ। ਤੁਹਾਡੇ ਕਰਮ ਰੂਪ ਦੇ ਵਿੱਚ ਵੀ ਗੁਰੂ ਦਿਸੇ। ਤੁਸੀਂ ਐਸੇ ਕਰਮ ਕਰੋ ਕਿ ਤੁਹਾਡੇ ਕਰਮ 'ਚੋਂ ਦਿਸੇ ਕਿ ਇਹ ਗੁਰੂ ਨਾਨਕ ਦਾ ਸਿੱਖਿਆ। ਇਹਨੂੰ ਜੋ ਫਲ ਲੱਗਿਆ ਆ, ਇਹਦੀ ਜੜ ਗੁਰੂ ਨਾਨਕ ਆ, ਇਹਦੀ ਜੜ ਉਹ ਨਿਰੰਕਾਰ ਵਾਹਿਗੁਰੂ ਆ। ਇੱਦਾਂ ਦਾ ਜਪੋ, ਇੱਦਾਂ ਦਾ ਪ੍ਰੇਮ ਕਰੋ ਕਿ ਪਤਾ ਚੱਲ ਜੇ ਇਹ ਕਿਹਦਾ ਸਿੱਖਿਆ। ਗੁਰੂ ਨੇ ਵਾਰ ਦਿੱਤਾ, ਕੁਰਬਾਨ ਕਰ ਦਿੱਤਾ ਕਿ ਜਾਓ ਉੱਜੜ ਜਾਓ, ਮੇਰੇ ਕੋਲ ਨਾ ਰਿਹੋ। ਇਹ ਗੁਰਸਿੱਖੀ ਸਦਾ ਹੀ ਭੇਂਟ ਕਰਨ ਦੀ ਚਾਲ ਆ, ਕੁਝ ਹਾਸਲ ਕਰਨ ਦੀ ਚਾਲ ਨਹੀਂ ਆ। ਤੇ ਫਿਰ ਸੋਚੋ ਕਿ ਜਿਹਦਾ ਗੁਰੂ ਇੱਦਾਂ ਦਾ ਆ ਕਿ ਉਹ ਛੋਟੀ ਛੋਟੀ ਗੱਲ 'ਤੇ ਜੈਲਸ ਕਰਨਗੇ ਕਿ ਅੱਜ ਮੈਨੂੰ ਕੀਰਤਨ ਨਹੀਂ ਕਰਨ ਦਿੱਤਾ, ਅੱਜ ਮੇਰੀ ਵਾਰੀ ਨਹੀਂ ਆਈ, ਅੱਜ ਮੈਨੂੰ ਫਤਿਹ ਪਹਿਲਾਂ ਨਹੀਂ ਬੁਲਾਈ, ਮੇਰੀ ਪੋਸਟ ਨਹੀਂ ਲਾਈਕ ਕੀਤੀ। ਪਿਆਰਿਓ, ਇਹ ਬੜੀਆਂ ਹੀ ਛੋਟੀਆਂ ਗੱਲਾਂ ਨੇ, ਬਹੁਤ ਛੋਟੀਆਂ। ਇਹਨਾਂ ਤੋਂ ਉੱਪਰ ਬੇਅੰਤ ਖਜ਼ਾਨੇ ਭਰਪੂਰ ਨੇ, ਜਿੱਥੇ ਇਹ ਜੀਵਨ ਸੰਗਤ ਲਈ ਸਮਰਪਿਤ ਆ, ਜਿੱਥੇ ਇਹ ਜੀਵਨ, ਇਹ ਰੂਹ ਸੰਗਤ ਦੀ ਚਰਨ ਧੂੜ ਆ। ਜੈਲਸੀ ਉੱਥੇ ਕਿੱਥੇ ਆਉਣੀ ਆ? ਇੱਥੇ ਤੇ ਜਾਨ ਵਾਰੀ ਜਾਂਦੀ ਆ ਗੁਰਸਿੱਖਾਂ ਲਈ। ਗੁਰਸਿੱਖਾਂ ਲਈ ਆਪਣਾ ਆਪ ਪੇਂਟ ਕਰ ਦਿੱਤਾ ਜਾਂਦਾ। ਸੋ ਸੰਗਤ ਦੇ ਵਿੱਚ ਹਮੇਸ਼ਾ ਇੱਦਾਂ ਰਹਿਣਾ, ਕਦੇ ਵੀ ਇਹ ਸੋਚ ਨਹੀਂ ਅੰਦਰ ਆਉਣ ਦੇਣੀ, ਇੱਕ ਦੂਸਰੇ ਲਈ ਜੀਣਾ। ਕਿਉਂਕਿ ਪਿਆਰਿਓ, ਆਪਾਂ ਅਲੱਗ ਹੈ ਹੀ ਨਹੀਂ ਆ। ਜੇ ਤੁਸੀਂ ਗਹਿਰਾਈ 'ਚ ਸੋਚੋ ਨਾ, ਤੇ ਦੂਸਰਾ ਕੋਈ ਹੈ ਹੀ ਨਹੀਂ ਆ, ਉਹੀ ਆ। ਬਾਕੀ ਸਭ ਭਰਮ ਆ, ਮਾਇਆ ਆ, ਕੁਛ ਨਹੀਂ ਆ। ਜਦੋਂ ਤੁਸੀਂ ਇਹ ਸਮਝ ਗਏ ਨਾ, ਆਪਣਾ ਆਪ ਵਾਰਨਾ ਆ ਗਿਆ, ਆਪਣਾ ਆਪ ਲੁਟਾਉਣਾ ਆ ਗਿਆ, ਹਿਰਦਾ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ, ਸੋਹਣਾ ਹੋ ਗਿਆ। ਫਿਰ ਅੱਜ ਤੁਸੀਂ ਕਹਿੰਦੇ ਹੋ ਨਾ, ਮੇਰੀ ਵਾਰੀ ਨਹੀਂ ਆਈ। ਅੱਜ ਤੁਸੀਂ ਬੋਲਣਾ ਚਾਹੁੰਦੇ ਹੋ, ਅੱਜ ਤੁਸੀਂ ਗਾਉਣਾ ਚਾਹੁੰਦੇ ਹੋ, ਤਾਂ ਵਾਰੀ ਨਹੀਂ ਆ ਰਹੀ। ਜਦੋਂ ਇਹ ਰੂਹ ਸੋਹਣੀ ਹੋ ਗਈ ਨਾ, ਤੇ ਸਾਰੀ ਕਾਇਨਾਤ ਨੇ ਕਹਿਣਾ ਆ ਕਿ ਅਸੀਂ ਚੁੱਪ ਹਾਂ, ਤੁਸੀਂ ਬੋਲੋ। ਤੇ ਤੁਹਾਡਾ ਬੋਲਣ ਦਾ ਦਿਲ ਹੀ ਨਹੀਂ ਕਰਨਾ। ਕੀ ਬੋਲੀਏ? ਤੁਸੀਂ ਕਹਿਣਾ ਬਸ ਮੈਂ ਕੋਨੇ 'ਚ ਠੀਕ ਹਾਂ। ਤੇ ਇਹ ਉਹਨੇ ਮਜਬੂਰੀ 'ਚ ਨਹੀਂ ਕਹਿਣਾ, ਰੁੱਸ ਕੇ ਨਹੀਂ ਕਹਿਣਾ। ਬਸ ਉਹਦੀ ਰੂਹ ਸੰਗਤਾਂ ਦੀ ਚਰਨ ਤੋੜ ਬਣ ਜਾਣੀ। ਨਿਮਰਤਾ ਰੂਪੀ ਖਜ਼ਾਨਾ ਉਹਦੇ ਕੋਲ ਆ ਜਾਣਾ।
ਗਹਿਣਾ ਬਣ ਜਾਣਾ ਨਿਮਰਤਾ ਨੇ ਉਹਦੀ ਰੂਹ ਦਾ ਸ਼ਿੰਗਾਰ ਬਣ ਜਾਣਾ। ਜਿੱਥੇ ਉਹਦੀ ਮੈਂ ਖਤਮ ਆ, ਸੁਣਨ ਦੀ ਚਾਹ ਵੱਧ ਜਾਣੀ, ਬੋਲਣ ਦੀ ਘਟ ਜਾਣੀ ਕਿ ਮੈਂ ਹੁਕਮਨਾਮਾ ਲੈਣਾ, ਮੈਂ ਅਰਦਾਸ ਕਰਨੀ, ਮੈਂ ਕੀਰਤਨ ਕਰਨਾ। ਨਹੀਂ, ਉੱਥੇ ਫਿਰ ਇਹ ਲੱਗਣਾ ਕਿ ਜੇ ਕੋਈ, ਹੁਣ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਨਾ, ਕੋਈ ਆਪ ਕੀਰਤਨ ਕਰੇ ਤਾਂ ਭਾਵੇਂ 4 ਘੰਟੇ ਲੱਗਾ ਰਹੇ, ਪਰ ਕੋਈ ਕੀਰਤਨੀਆ ਦੂਸਰੇ ਦੇ ਕੀਰਤਨ ਨੂੰ ਸੁਣਨ ਲਈ 10 ਮਿੰਟ ਵੀ ਨਹੀਂ ਬੈਠ ਪਾਉਂਦਾ। ਉਹਦਾ ਕਾਰਨ ਕੀ ਆ? ਪਿਆਰਿਓ, ਅਸੀਂ ਕਿਤੇ ਵੀ ਪਹੁੰਚ ਜਾਈਏ, ਕਿਸੇ ਵੀ ਅਵਸਥਾ 'ਤੇ ਪਹੁੰਚ ਜਾਈਏ, ਜਦੋਂ ਤੱਕ ਆਪਣਾ ਆਪ ਨਹੀਂ ਪੇਂਟ ਕੀਤਾ ਨਾ, ਉਦੋਂ ਤੱਕ ਪ੍ਰੇਮ ਨੇ ਅੰਦਰ ਨਹੀਂ ਆਉਣਾ। ਕਿਉਂਕਿ ਇੱਥੇ ਆਪਣਾ ਆਪ ਖਤਮ ਆ, ਇੱਥੇ ਕੋਈ ਦੂਸਰਾ ਹੈ ਹੀ ਨਹੀਂ। ਇੱਥੇ ਤੂੰ ਵੀ ਨਹੀਂ ਆ ਕਿ ਤੂੰ ਗਾ ਸਕੇ। ਇੱਥੇ ਉਹ ਪਿਆਰਾ ਗੁਰੂ ਹੀ ਆ, ਉਹ ਗੁਰੂ ਹੀ ਗਾਉਣਾ ਆ, ਗੁਰੂ ਨੇ ਹੀ ਗਾਉਣਾ ਆ, ਗੁਰੂ ਨੇ ਹੀ ਸੁਣਨਾ ਆ, ਤੂੰ ਕੁਛ ਵੀ ਨਹੀਂ ਆ। ਸੋ ਪਿਆਰਿਓ, ਗਿਲੇ ਸ਼ਿਕਵੇ ਛੱਡ ਕੇ ਸਮਰੱਥ ਗੁਰੂ ਦੇ ਚਰਨਾਂ ਦੇ ਉੱਤੇ ਸੀਸ ਰੱਖੀਏ, ਇੱਕ ਦੂਸਰੇ ਲਈ ਆਪਣਾ ਆਪ ਵਾਰ ਦੀਏ। ਹਮੇਸ਼ਾ ਹੀ ਅਰਦਾਸ ਰੱਖੀਏ ਕਿ ਗੁਰੂ ਸਾਹਿਬ, ਜਿਸ ਸੰਗਤ ਨੇ ਮੈਨੂੰ ਸਿਰਜਿਆ, ਬਸ ਉਹਦੇ ਲਈ ਕਿਤੇ ਕੰਮ ਆ ਜਾਵਾਂ। ਮੇਰਾ ਇਹ ਸਰੀਰ, ਮੇਰੀ ਇਹ ਦੇਹ, ਮੇਰਾ ਮਨ, ਸਭ ਕੁਛ ਸੰਗਤ ਨੂੰ ਭੇਂਟ ਹੈ। ਫਿਰ ਉੱਥੇ ਕਿੱਥੇ ਜੈਲਸੀ ਰਹਿਣੀ ਹੈ? ਉੱਥੇ ਤਾਂ ਸਿਰਫ ਨਾਮ ਆ, ਪ੍ਰੇਮ ਆ, ਹੋਰ ਕੁਛ ਹੈ ਹੀ ਨਹੀਂ। ਸੋ ਸੋਹਣੇ ਬਣੀਏ, ਗੁਰੂ ਸਾਨੂੰ ਦੇਖ ਕੇ ਖੁਸ਼ ਹੋਵੇ ਕਿ ਹਾਂ, ਇਹ ਮੇਰੇ ਸਿੱਖ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।